ਸਾਡੇ ਪਿੰਡ ਵਿੱਚ ਇੱਕ ਅਜੀਬ ਜਿਹੀ ਰਸਮ ਦਾ ਰਿਵਾਜ ਸੀ ਤੇ ਉਸ ਰਸਮ ਕਰਕੇ ਮੈਨੂੰ ਵਿਆਹ ਦੇ ਨਾਮ ਤੋਂ ਨਫ਼ਰਤ ਹੋਣ ਲੱਗ ਪਈ। ਮੈਂ ਇੱਕ ਪਿੰਡ ਵਿੱਚ ਰਹਿੰਦੀ ਸੀ। ਕਹਿਣ ਨੂੰ ਤਾਂ ਪਿੰਡਾਂ ਵਾਲੇ ਅਕਸਰ ਬਹਾਦਰ ਅਤੇ ਨਿਡਰ ਹੁੰਦੇ ਹਨ, ਪਰ ਮੈਂ ਬਹੁਤ ਦਿਲ ਦੀ ਕਮਜ਼ੋਰ ਸੀ, ਜਲਦੀ ਹੀ ਡਰ ਜਾਣ ਵਾਲੀ। ਇਸ ਕਰਕੇ ਮੈਨੂੰ ਇਸ ਰਸਮ ਤੋਂ ਬਹੁਤ ਡਰ ਲੱਗਦਾ ਸੀ ਤੇ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਮੇਰੀ ਉਮਰ 26 ਸਾਲ ਦੀ ਹੋ ਚੁੱਕੀ ਸੀ। ਹਾਲਾਂਕਿ ਸਾਡੇ ਪਿੰਡ ਦੀਆਂ ਕੁੜੀਆਂ ਦਾ ਵਿਆਹ 20 ਸਾਲ ਦੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ, ਪਰ ਮੈਂ ਆਪਣੇ ਘਰ ਵਾਲਿਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ। ਕਈ ਵਾਰ ਮੇਰੇ ਮਾਂ-ਪਿਓ ਨੇ ਜ਼ਬਰਦਸਤੀ ਮੇਰਾ ਵਿਆਹ ਕਰਵਾਉਣਾ ਚਾਹਿਆ, ਪਰ ਮੈਂ ਹਮੇਸ਼ਾ ਜ਼ਿੱਦ 'ਤੇ ਅੜ ਜਾਂਦੀ ਕਿ ਮੈਂ ਵਿਆਹ ਨਹੀਂ ਕਰਵਾਉਣਾ। ਮੇਰੇ ਘਰ ਦੇ ਮੈਨੂੰ ਪੁੱਛਦੇ ਸੀ ਕਿ ਆਖਿਰ ਤੂੰ ਵਿਆਹ ਕਿਉਂ ਨਹੀਂ ਕਰਵਾਉਣਾ, ਪਰ ਮੈਨੂੰ ਇਹ ਦੱਸਦੇ ਹੋਏ ਸ਼ਰਮ ਆਉਂਦੀ ਕਿ ਮੈਂ ਘੋੜੇ ਵਾਲੀ ਰਸਮ ਤੋਂ ਡਰ ਜਾਂਦੀ ਸੀ। ਮੈਨੂੰ ਬਹੁਤ ਡਰ ਲੱਗਦਾ ਸੀ ਤੇ ਆਖਿਰ ਪਿੰਡ ਵਾਲੇ ਘੋੜੇ ਦੇ ਨਾਲ ਇਹ ਰਸਮ ਕਿਉਂ ਕਰਵਾਉਂਦੇ ਹਨ। ਮੈਂ ਪੂਰੇ ਪਿੰਡ ਦੇ ਸਾਹਮਣੇ ਆਪਣਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ ਸੀ। ਦਰਅਸਲ ਇਹ ਰਸਮ ਸਾਡੇ ਪਿੰਡ ਦੇ ਇੱਕ ਬਾਬੇ ਵੱਲੋਂ ਕੀਤੀ ਜਾਂਦੀ ਸੀ। ਇਸ ਰਸਮ ਦੇ ਬਿਨਾਂ ਵਿਆਹ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੀ। ਉਹ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਪੂਰੇ ਪਿੰਡ ਨੂੰ ਇਕੱਠਾ ਕਰਕੇ ਕੁੜੀਆਂ ਕੋਲੋਂ ਇਹ ਰਸਮ ਕਰਵਾਉਂਦਾ ਸੀ ਤੇ ਉਹ ਰਸਮ ਦੇ ਹੋਣ ਤੋਂ ਬਾਅਦ ਇੱਕ ਹਫ਼ਤੇ ਬਾਅਦ ਹੀ ਕੁੜੀ ਦਾ ਵਿਆਹ ਕੀਤਾ ਜਾਂਦਾ ਸੀ। ਅੱਜ ਤੱਕ ਸਾਡੇ ਪਿੰਡ ਵਿੱਚ ਇੱਦਾਂ ਨਹੀਂ ਹੋਇਆ ਕਿ ਕਿਸੇ ਵੀ ਕੁੜੀ ਦਾ ਇਹ ਰਸਮ ਕੀਤੇ ਬਿਨਾਂ ਵਿਆਹ ਹੋ ਗਿਆ ਹੋਵੇ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਆ, ਉਸ ਸਮੇਂ ਮੈਂ ਬਹੁਤ ਛੋਟੀ ਸੀ ਜਦੋਂ ਸਾਡੇ ਪਿੰਡ ਦੀ ਕੁੜੀ ਸੀਮਾ ਦਾ ਵਿਆਹ ਹੋਇਆ ਸੀ। ਮੈਂ ਜਿੱਦ ਕਰਕੇ ਆਪਣੇ ਪਾਪਾ ਦੇ ਨਾਲ ਇਸ ਰਸਮ ਨੂੰ ਦੇਖਣ ਲਈ ਚਲੀ ਗਈ। ਮੈਂ ਆਪਣੇ ਪਾਪਾ ਦੇ ਨਾਲ ਪਿੰਡ ਦੀ ਗਰਾਊਂਡ ਤੱਕ ਆਈ ਸੀ। ਇਹ ਰਸਮ ਦੇਖਣ ਦੇ ਲਈ ਸਿਰਫ ਆਦਮੀ ਹੀ ਆਉਂਦੇ ਸਨ, ਪਰ ਮੇਰੇ ਰੋਣ ਦਾ ਕਾਰਨ ਕਰਕੇ ਮੇਰੇ ਪਾਪਾ ਮੈਨੂੰ ਆਪਣੇ ਨਾਲ ਲੈ ਗਏ ਸੀ। ਵੈਸੇ ਵੀ ਉਸ ਵਕਤ ਮੈਂ ਬਹੁਤ ਛੋਟੀ ਸੀ, ਇਸ ਕਰਕੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਸੀਮਾ ਵਹੁਟੀ ਬਣੀ ਹੋਈ ਸੀ। ਉਸ ਨੂੰ ਘੋੜੇ ਦੇ ਕੋਲ ਲਿਜਾਇਆ ਗਿਆ ਤੇ ਫਿਰ ਰਸਮ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਤਾਂ ਸੀਮਾ ਦੀਆਂ ਚੀਕਾਂ ਪੂਰੇ ਗਰਾਊਂਡ ਵਿੱਚ ਗੂੰਜਣ ਲੱਗੀਆਂ। ਘੋੜੇ ਨੂੰ ਵੀ ਪਤਾ ਸੀ ਕਿ ਇਹ ਰਸਮ ਨੂੰ ਕਿੱਦਾਂ ਕਰਨਾ। ਘੋੜਾ ਬਹੁਤ ਸਿਖਾਇਆ ਹੋਇਆ ਸੀ। ਘੋੜਾ ਆਪਣੀ ਜੀਭ ਕੱਢ ਕੇ ਸੀਮਾ ਵੱਲ ਵੱਧ ਚੁੱਕਿਆ ਸੀ। ਹੁਣ ਸੀਮਾ ਨੂੰ ਘੋੜੇ ਦੇ ਉੱਪਰ ਬਿਠਾਇਆ ਗਿਆ। ਉਹ ਘੋੜਾ ਸੀਮਾ ਨੂੰ ਲੈ ਕੇ ਇੱਕ ਜੰਗਲ ਵੱਲ ਚਲਿਆ ਗਿਆ। ਸੀਮਾ ਦੀ ਚੁੰਨੀ ਡਿੱਗ ਗਈ ਸੀ। ਉਸ ਨੂੰ ਕੋਈ ਹੋਸ਼ ਨਹੀਂ ਸੀ। ਉਹ ਤਾਂ ਬਸ ਘੋੜੇ ਦੇ ਉੱਤੇ ਬੈਠੀ ਹੋਈ ਸੀ। ਇਹ ਹਾਲਤ ਦੇਖ ਕੇ ਮੇਰੇ ਸਾਹ ਸੁੱਕ ਰਹੇ ਸੀ। ਉੱਥੇ ਗਏ ਸਾਰੇ ਆਦਮੀ ਖੁਸ਼ ਸਨ, ਜਿਵੇਂ ਉਹਨਾਂ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ। ਬਾਬਾ ਵੀ ਉਦੋਂ ਉੱਥੇ ਹੀ ਸੀ ਤੇ ਉਹ ਵੀ ਇਹ ਸਾਰੇ ਮਾਹੌਲ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ। ਖੁਸ਼ ਹੁੰਦਾ ਵੀ ਕਿਉਂ ਨਾ, ਕਿਉਂਕਿ ਸਾਰਾ ਕੀਤਾ ਕਰਾਇਆ ਉਸ ਦਾ ਸੀ। ਇਹ ਸਾਰਾ ਕੁਝ ਉਸ ਦੇ ਹੁਕਮ ਨਾਲ ਹੁੰਦਾ ਸੀ। ਬਾਬੇ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਪਿੰਡ ਦੀਆਂ ਕੁੜੀਆਂ ਤੋਂ ਇਹ ਰਸਮ ਕਰਵਾਈ ਜਾਵੇ ਤਾਂ ਸਹੁਰੇ ਪਰਿਵਾਰ ਵਾਲੇ ਕੁੜੀਆਂ ਨੂੰ ਬਹੁਤ ਇੱਜ਼ਤ ਅਤੇ ਪਿਆਰ ਨਾਲ ਰੱਖਦੇ ਹਨ। ਪਰ ਇਹ ਗੱਲ ਮੇਰੀ ਸਮਝ ਵਿੱਚ ਬਿਲਕੁਲ ਨਹੀਂ ਆਉਂਦੀ ਸੀ। ਮੈਨੂੰ ਤਾਂ ਇਹ ਰਸਮ ਬਹੁਤ ਭੈੜੀ ਲੱਗਦੀ ਸੀ। ਭਲਾ ਘੋੜੇ ਦਾ ਤੇ ਇਨਸਾਨ ਦਾ ਆਪਸ ਵਿੱਚ ਕੀ ਮੇਲ ਹੋਇਆ। ਇਸ ਰਸਮ ਦਾ ਭੇਦ ਉਦੋਂ ਖੁੱਲ੍ਹਿਆ ਜਦੋਂ ਮੈਂ ਆਪ ਇਸ ਰਸਮ ਦਾ ਹਿੱਸਾ ਬਣੀ। ਜਦੋਂ ਘੋੜਾ ਮੈਨੂੰ ਜੰਗਲ ਵੱਲ ਲੈ ਕੇ ਗਿਆ ਤਾਂ ਫਿਰ ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ, ਮੇਰੀ ਰੂਹ ਕੰਬ ਗਈ। ਘੋੜਾ ਸੀਮਾ ਨੂੰ ਜੰਗਲ ਵਿੱਚ ਲੈ ਗਿਆ ਸੀ। ਪੂਰਾ ਇੱਕ ਦਿਨ ਤੇ ਇੱਕ ਰਾਤ ਸੀਮਾ ਨੂੰ ਘੋੜੇ ਦੇ ਨਾਲ ਰਹਿਣਾ ਪਿਆ। ਇਹ ਸਾਰਿਆਂ ਨੂੰ ਪਤਾ ਸੀ ਕਿ ਹੁਣ ਘੋੜਾ ਸੀਮਾ ਨੂੰ ਲੈ ਕੇ ਸ਼ਾਮ ਨੂੰ ਹੀ ਵਾਪਸ ਆਵੇਗਾ। ਇਸ ਕਰਕੇ ਸਾਰੇ ਜਾਣੇ ਆਪੋ ਆਪਣੇ ਘਰਾਂ ਵਿੱਚ ਵਾਪਸ ਆ ਗਏ। ਕਿਸੇ ਨੂੰ ਵੀ ਸੀਮਾ ਦੀ ਕੋਈ ਪਰਵਾਹ ਨਹੀਂ ਸੀ ਕਿ ਉਹ ਘੋੜਾ ਸੀਮਾ ਦੀ ਕੀ ਹਾਲਤ ਕਰੇਗਾ। ਇਹ ਰਸਮ ਕਰਨ ਤੋਂ ਬਾਅਦ ਜਦੋਂ ਘੋੜਾ ਕੁੜੀਆਂ ਨੂੰ ਵਾਪਸ ਲੈ ਕੇ ਆਉਂਦਾ ਸੀ ਤਾਂ ਉਸ ਸਮੇਂ ਕੁੜੀਆਂ ਦੀ ਹਾਲਤ ਬਹੁਤ ਬੁਰੀ ਹੁੰਦੀ ਸੀ। ਉਹਨਾਂ ਦੇ ਸਰੀਰ 'ਤੇ ਜ਼ਖਮ ਵੀ ਹੁੰਦੇ ਸੀ ਤੇ ਕਿਸੇ ਕੁੜੀ ਦੇ ਤਾਂ ਕੱਪੜੇ ਵੀ ਫਟੇ ਹੁੰਦੇ ਸੀ, ਪਰ ਪਿੰਡ ਵਾਲਿਆਂ ਨੂੰ ਉਹਨਾਂ 'ਤੇ ਕੋਈ ਤਰਸ ਨਹੀਂ ਆਉਂਦਾ ਸੀ। ਸਾਰਿਆਂ ਨੂੰ ਲੱਗਦਾ ਸੀ ਕਿ ਇਹ ਬਹੁਤ ਜ਼ਰੂਰੀ ਰਸਮ ਆ। ਪਿੰਡ ਵਾਲਿਆਂ ਨੂੰ ਅਣਪੜ੍ਹ ਸਮਝ ਕੇ ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ ਸੀ। ਘੋੜਾ ਸੀਮਾ ਨੂੰ ਲੈ ਕੇ ਚਲਿਆ ਗਿਆ ਤਾਂ ਮੇਰੇ ਦਿਲ ਦਿਮਾਗ ਵਿੱਚ ਉਸ ਦੀਆਂ ਚੀਕਾਂ ਦੀ ਆਵਾਜ਼ ਗੂੰਜ ਰਹੀ ਸੀ।
ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਸੀਮਾ ਕਿਸ ਤਰ੍ਹਾਂ ਸਾਰਾ ਦਿਨ ਉਸ ਘੋੜੇ ਨਾਲ ਰਹੇਗੀ। ਉਸ ਦਿਨ ਤੋਂ ਬਾਅਦ ਮੈਂ ਇੰਨਾ ਜ਼ਿਆਦਾ ਡਰ ਗਈ ਕਿ ਮੈਂ ਫੈਸਲਾ ਕਰ ਲਿਆ ਮੈਂ ਕਦੇ ਵੀ ਵਿਆਹ ਨਹੀਂ ਕਰਵਾਉਣਾ, ਕਿਉਂਕਿ ਮੈਨੂੰ ਇਹ ਘੋੜੇ ਵਾਲੀ ਰਸਮ ਤੋਂ ਬਹੁਤ ਡਰ ਲੱਗਦਾ ਸੀ। ਪਰ ਕਹਿੰਦੇ ਆ ਨਾ ਕਿ ਕਦੇ-ਕਦੇ ਇਨਸਾਨ ਜੋ ਚਾਹੁੰਦਾ ਉਹ ਨਹੀਂ ਹੁੰਦਾ। ਮੇਰੇ ਪਾਪਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿੰਦੇ ਸੀ। ਮੇਰੇ 2 ਭਰਾ ਸੀ ਤੇ ਦੋਵੇਂ ਸ਼ਹਿਰ ਵਿੱਚ ਕੰਮ ਕਰਦੇ ਸੀ। ਇਸ ਕਰਕੇ ਸਾਡੀ ਪਿੰਡ ਵਾਲੀ ਜ਼ਮੀਨ ਵਿੱਚ ਮੇਰੇ ਪਾਪਾ ਹੀ ਕੰਮ ਕਰਦੇ ਸੀ। ਪਾਪਾ ਦੀ ਬਿਮਾਰੀ ਨੂੰ ਵੱਧਦੀ ਜਾਂਦੀ ਦੇਖ ਕੇ ਮੈਂ ਇਹ ਫੈਸਲਾ ਕੀਤਾ ਕਿ ਪਾਪਾ ਦੀ ਜਗ੍ਹਾ ਹੁਣ ਮੈਂ ਜ਼ਮੀਨ ਵਿੱਚ ਜਾ ਕੇ ਕੰਮ ਕਰਿਆ ਕਰਾਂਗੀ। ਮੇਰੇ ਪਾਪਾ ਨੇ ਮੈਨੂੰ ਬਹੁਤ ਸਮਝਾਇਆ ਕਿ ਬੇਟਾ, ਇਹ ਤੇਰੇ ਵੱਸ ਦੀ ਗੱਲ ਨਹੀਂ ਹੈ, ਪਰ ਮੈਂ ਸ਼ੁਰੂ ਤੋਂ ਹੀ ਬਹੁਤ ਜਿੱਦੀ ਸੀ। ਇਸ ਕਰਕੇ ਮੇਰੇ ਪਾਪਾ ਅਜੇ ਤੱਕ ਮੇਰਾ ਵਿਆਹ ਨਹੀਂ ਕਰਵਾਏ ਪਾਏ ਸੀ। ਮੈਂ ਆਪਣੇ ਪਾਪਾ ਦੀ ਇੱਕ ਗੱਲ ਨਾ ਸੁਣੀ। ਮੈਂ ਪਾਪਾ ਨੂੰ ਕਿਹਾ ਕਿ ਤੁਸੀਂ ਬੈੱਡ ਤੇ ਪੈ ਜਾਓ ਤੇ ਆਰਾਮ ਕਰੋ, ਤੇ ਮੈਂ ਆਪਣੇ ਖੇਤਾਂ ਵਿੱਚ ਚਲੀ ਗਈ। ਮੇਰਾ ਕੱਦ ਬਹੁਤ ਲੰਬਾ ਸੀ ਤੇ ਮੈਂ ਬਹੁਤ ਸੋਹਣੀ ਸੀ। ਬਚਪਨ ਤੋਂ ਹੀ ਮੈਂ ਆਪਣੇ ਖੇਤਾਂ 'ਚ ਖੇਡ-ਖੇਡ ਕੇ ਵੱਡੀ ਹੋਈ ਸੀ। ਇਸ ਕਰਕੇ ਮੇਰੇ ਲਈ ਇਹ ਕੰਮ ਜ਼ਿਆਦਾ ਮੁਸ਼ਕਲ ਨਹੀਂ ਸੀ। ਪਰ ਮੇਰਾ ਇਹ ਫੈਸਲਾ ਮੇਰੇ ਵਿਆਹ ਵਾਲੀ ਜਿੱਦ ਨੂੰ ਤੋੜ ਗਿਆ। ਜਿਵੇਂ ਪਿੰਡ ਦੀਆਂ ਕੁੜੀਆਂ ਰਹਿੰਦੀਆਂ ਸੀ, ਮੈਂ ਵੀ ਉਵੇਂ ਰਹਿੰਦੀ ਸੀ। ਬੇਮਤਲਬ ਮੈਂ ਕਦੇ ਵੀ ਬਾਹਰ ਨਹੀਂ ਨਿਕਲਦੀ, ਨਾ ਹੀ ਕਿਸੇ ਨਾਲ ਦੋਸਤੀ ਕਰਦੀ ਸੀ, ਖਾਸ ਕਰਕੇ ਕਿਸੇ ਮੁੰਡੇ ਨਾਲ। ਪਰ ਜਦੋਂ ਖੇਤਾਂ ਦੇ ਕੰਮ ਕਰਨ ਲਈ ਬਾਹਰ ਨਿਕਲਦੀ ਤਾਂ ਮੈਨੂੰ ਆਪਣੀ ਸ਼ਰਮ ਪਰੇ ਕਰਨੀ ਪਈ। ਮੇਰੀ ਨਿਗਾਹ ਅਰਮਾਨ ਦੇ ਉੱਤੇ ਪਈ। ਉਹ ਉਸ ਬਾਬੇ ਦਾ ਸੇਵਾਦਾਰ ਸੀ। ਉਹ ਬਾਬਾ ਸਾਡੇ ਪਿੰਡ ਦਾ ਸਰਪੰਚ ਵੀ ਸੀ ਤੇ ਅਰਮਾਨ ਸਾਰੀਆਂ ਜ਼ਮੀਨਾਂ ਦਾ ਹਿਸਾਬ ਕਿਤਾਬ ਦਾ ਕੰਮ ਕਰਦਾ ਸੀ। ਕਹਿਣ ਨੂੰ ਤਾਂ ਇਹ ਜ਼ਮੀਨ ਸਾਡੀ ਸੀ, ਪਰ ਸਾਡੇ ਪਿੰਡ ਵਿੱਚ ਉਸ ਬਾਬੇ ਦਾ ਹੀ ਹੁਕਮ ਚੱਲਦਾ ਸੀ। ਇਹ ਸਾਡੀ ਕਮਾਈ ਦਾ ਅੱਧਾ ਹਿੱਸਾ ਉਸ ਬਾਬੇ ਕੋਲ ਜਾਂਦਾ ਸੀ। ਮੈਨੂੰ ਦੇਖ ਕੇ ਅਰਮਾਨ ਹੈਰਾਨੀ ਨਾਲ ਪੁੱਛਣ ਲੱਗਾ, ਤੂੰ ਕੌਣ ਹੈ? ਤਾਂ ਮੈਂ ਵੀ ਦੱਸ ਦਿੱਤਾ ਕਿ ਮੈਂ ਜੈਸਮੀਨ ਹਾਂ। ਤੇ ਉਹ ਮੈਨੂੰ ਗੌਰ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ, ਤੂੰ ਤਾਂ ਵੱਡੀ ਉਮਰ ਦੀ ਲੱਗਦੀ ਪਈ ਆ, ਫਿਰ ਅਜੇ ਤੱਕ ਤੂੰ ਵਿਆਹ ਕਿਉਂ ਨਹੀਂ ਕਰਵਾਇਆ? ਮੈਂ ਸਿਰ ਝੁਕਾ ਕੇ ਕਿਹਾ, ਮੈਂ ਵਿਆਹ ਨਹੀਂ ਕਰਵਾਉਣਾ। ਮੇਰੀ ਗੱਲ ਸੁਣ ਕੇ ਉਹ ਮੈਨੂੰ ਕਹਿਣ ਲੱਗਾ ਕਿ ਜੇ ਪਿੰਡ ਦੇ ਬਾਬੇ ਨੂੰ ਪਤਾ ਲੱਗ ਗਿਆ ਕਿ ਤੂੰ ਵਿਆਹ ਨਹੀਂ ਕਰਵਾਇਆ ਤਾਂ ਉਹ ਤੇਰੇ ਨਾਲ ਬਹੁਤ ਭੈੜਾ ਸਲੂਕ ਕਰਨਗੇ, ਕਿਉਂਕਿ ਸਾਡੇ ਪਿੰਡ ਵਿੱਚ ਕੁੜੀਆਂ ਦਾ ਵਿਆਹ ਘੱਟ ਉਮਰ ਵਿੱਚ ਕਰ ਦਿੱਤਾ ਜਾਂਦਾ ਹੈ। ਇਹ ਬਾਬਾ ਜੀ ਦਾ ਸਖਤ ਹੁਕਮ ਹੈ। ਮੈਂ ਚੁੱਪ ਹੋ ਗਈ, ਕਿਉਂਕਿ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਪਾਪਾ ਨੇ ਇਹ ਗੱਲ ਬਾਬੇ ਕੋਲੋਂ ਲੁਕੋ ਕੇ ਰੱਖੀ ਹੈ। ਅਰਮਾਨ ਦੀ ਨਜ਼ਰ ਮੇਰੇ ਉੱਤੇ ਟਿਕੀ ਹੋਈ ਸੀ ਤੇ ਪਤਾ ਨਹੀਂ ਉਸ ਦੀਆਂ ਨਜ਼ਰਾਂ ਵਿੱਚ ਐਸਾ ਕੀ ਸੀ ਕਿ ਮੈਂ ਸ਼ਰਮਾ ਕੇ ਦੁਬਾਰਾ ਆਪਣੇ ਚਿਹਰੇ ਤੇ ਚੁੰਨੀ ਲੈ ਲਈ। ਉਹ ਕੁਝ ਦੇਰ ਤੱਕ ਹਿਸਾਬ ਕਿਤਾਬ ਕਰਦਾ ਰਿਹਾ ਅਤੇ ਨਾਲ ਹੀ ਉਸ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸੀ। ਉਹ ਵਾਪਸ ਚਲਾ ਗਿਆ ਤੇ ਜਾਂਦਾ ਹੋਇਆ ਮੈਨੂੰ ਕਹਿ ਗਿਆ, ਮੈਂ ਕੱਲ ਫਿਰ ਤੈਨੂੰ ਮਿਲਣ ਆਵਾਂਗਾ। ਮੈਨੂੰ ਅਰਮਾਨ ਦੀ ਇਹ ਗੱਲ ਬਿਲਕੁਲ ਵੀ ਸਮਝ ਨਹੀਂ ਆਈ ਕਿ ਉਹ ਮੈਨੂੰ ਮਿਲਣ ਕਿਉਂ ਆਵੇਗਾ, ਜਦਕਿ ਮੈਂ ਉਸ ਨੂੰ ਸਾਡੀ ਜ਼ਮੀਨ ਦਾ ਸਾਰਾ ਹਿਸਾਬ ਕਿਤਾਬ ਲਿਖਵਾ ਚੁੱਕੀ ਸੀ। ਸਾਰਾ ਦਿਨ ਖੇਤ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਮੈਂ ਸ਼ਾਮ ਨੂੰ ਘਰ ਵਾਪਸ ਆ ਗਈ ਤਾਂ ਘਰ ਆਉਂਦਿਆਂ ਹੀ ਮੈਂ ਖੁਸ਼ੀ-ਖੁਸ਼ੀ ਆਪਣੇ ਪਾਪਾ ਨੂੰ ਦੱਸਿਆ ਕਿ ਮੈਂ ਆਰਾਮ ਨਾਲ ਖੇਤਾਂ 'ਚ ਕੰਮ ਕਰ ਸਕਦੀ ਹਾਂ। ਪਾਪਾ ਉਦਾਸ ਹੋ ਕੇ ਕਹਿਣ ਲੱਗੇ, ਇਹ ਤੇਰਾ ਕੰਮ ਨਹੀਂ ਹੈ। ਆਪਣੇ ਮਰਨ ਤੋਂ ਪਹਿਲਾਂ ਮੈਂ ਤੇਰਾ ਵਿਆਹ ਕਰਵਾਉਣਾ ਚਾਹੁੰਦਾ ਹਾਂ। ਵਿਆਹ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਮੂਹਰੇ ਅਰਮਾਨ ਦੀ ਤਸਵੀਰ ਘੁੰਮਣ ਲੱਗੀ। ਮੈਂ ਆਪਣੇ ਕੰਮਕਾਰ ਵਿੱਚ ਲੱਗ ਪਈ ਤੇ ਅਗਲੇ ਦਿਨ ਮੈਂ ਫਿਰ ਖੇਤਾਂ ਵਿੱਚ ਗਈ। ਦੁਪਹਿਰ ਦਾ ਟਾਈਮ ਸੀ ਤੇ ਅਰਮਾਨ ਆ ਗਿਆ। ਉਸ ਦੇ ਹੱਥ ਵਿੱਚ ਕਾਪੀ ਪੈਨ ਸੀ। ਉਸਨੇ ਕਾਪੀ ਪੈਨ ਪਾਸੇ ਰੱਖ ਕੇ ਮੈਨੂੰ ਪੁੱਛਿਆ ਕਿ ਤੂੰ ਕਿਸੇ ਨੂੰ ਪਸੰਦ ਕਰਦੀ ਆ ਜੋ ਹਾਲੇ ਤੱਕ ਤੂੰ ਵਿਆਹ ਨਹੀਂ ਕਰਵਾਇਆ? ਮੈਂ ਝਿਜਕਦੇ ਹੋਏ ਉਸ ਨੂੰ ਦੱਸ ਦਿੱਤਾ ਕਿ ਮੇਰੇ ਵਿਆਹ ਨਾ ਕਰਵਾਉਣ ਦੀ ਵਜ੍ਹਾ ਉਸ ਬਾਬੇ ਦੇ ਘੋੜੇ ਵਾਲੀ ਰਸਮ ਆ, ਜਿਹੜੀ ਵਿਆਹ ਤੋਂ ਪਹਿਲਾਂ ਕੁੜੀ ਨੂੰ ਕਰਨੀ ਪੈਂਦੀ ਹੈ। ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋ ਗਿਆ ਤੇ ਬੋਲਿਆ, ਇਸ ਵਿੱਚ ਕਿਹੜੀ ਗੱਲ ਆ? ਅੱਜ ਤੱਕ ਸਾਰੀਆਂ ਕੁੜੀਆਂ ਹੀ ਇਹ ਰਸਮ ਕਰਦੀਆਂ ਆਈਆਂ ਨੇ। ਉਸ ਤੋਂ ਬਾਅਦ ਉਹਨਾਂ ਦੇ ਵਿਆਹ ਹੋਏ ਨੇ, ਫਿਰ ਤੈਨੂੰ ਕੀ ਪਰੇਸ਼ਾਨੀ ਆ? ਮੈਂ ਹੈਰਾਨੀ ਨਾਲ ਅਰਮਾਨ ਵੱਲ ਦੇਖਿਆ ਤੇ ਪੁੱਛਿਆ, ਤੈਨੂੰ ਇਹ ਅਜੀਬ ਨਹੀਂ ਲੱਗਦਾ ਕਿ ਇੱਕ ਕੁੜੀ ਘੋੜੇ ਦੇ ਉੱਪਰ ਬੈਠ ਕੇ ਇਹ ਸਭ ਕੁਝ? ਅੱਗੇ ਮੈਂ ਕੁਝ ਨਹੀਂ ਬੋਲ ਪਾਈ ਤੇ ਅਰਮਾਨ ਕਹਿਣ ਲੱਗਾ ਕਿ ਮੈਂ ਬਚਪਨ ਤੋਂ ਹੀ ਇਹ ਰਸਮ ਦੇਖਦਾ ਆਇਆ ਹਾਂ। ਹੁਣ ਤਾਂ ਸਾਰੇ ਪਿੰਡ ਦੇ ਲੋਕ ਵੀ ਇਸ ਰਸਮ ਦੇ ਆਦੀ ਹੋ ਗਏ ਹਨ,
ਬਾਬਾ ਜੀ ਬਹੁਤ ਚੰਗੇ ਇਨਸਾਨ ਹਨ। ਉਹਨਾਂ ਨੇ ਇਹ ਰਸਮ ਬਣਾਈ ਆ ਜੋ ਇਸ ਦੇ ਪਿੱਛੇ ਕੋਈ ਖਾਸ ਵਜ੍ਹਾ ਹੋਣੀ ਆ। ਸ਼ਾਇਦ ਇਸ ਕਰਕੇ ਹੀ ਪਿੰਡ ਦੀਆਂ ਕੁੜੀਆਂ ਖੁਸ਼ ਰਹਿੰਦੀਆਂ ਨੇ, ਆਪਣੇ ਘਰ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਹਨ। ਤੇ ਫਿਰ ਉਹ ਬਾਬਾ ਜੀ ਦਾ ਘੋੜਾ ਵੀ ਬਹੁਤ ਪਿਆਰਾ ਹੈ। ਮੈਂ ਗੁੱਸੇ ਵਿੱਚ ਅਰਮਾਨ ਨੂੰ ਕਿਹਾ, ਤੈਨੂੰ ਨਹੀਂ ਪਤਾ ਜਦੋਂ ਕੁੜੀਆਂ ਵਾਪਸ ਆਉਂਦੀਆਂ ਨੇ ਉਹਨਾਂ ਦੀ ਹਾਲਤ ਕਿੰਨੀ ਖਰਾਬ ਹੁੰਦੀ ਹੈ। ਮੇਰੀ ਗੱਲ ਸੁਣ ਕੇ ਅਰਮਾਨ ਚੁੱਪ ਹੋ ਗਿਆ ਤੇ ਪਤਾ ਨਹੀਂ ਕੀ ਸੋਚਣ ਲੱਗ ਪਿਆ। ਥੋੜੀ ਦੇਰ ਬਾਅਦ ਉਹ ਹੌਲੀ ਜਿਹੇ ਬੋਲਿਆ, ਜੈਸਮੀਨ, ਕੁੜੀਆਂ ਨੂੰ ਆਪਣੇ ਘਰ ਪਰਿਵਾਰ ਨੂੰ ਸੰਭਾਲਣਾ ਅਤੇ ਆਪਣੇ ਘਰ ਵਾਲੇ ਨੂੰ ਖੁਸ਼ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਥੋੜੀ ਮੁਸ਼ਕਲ ਵੀ ਝੱਲਣੀ ਪਵੇ ਤਾਂ ਕੀ ਗੱਲ ਆ। ਅਰਮਾਨ ਦੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋ ਗਿਆ ਕਿ ਪਿੰਡ ਦੇ ਸਾਰੇ ਲੋਕ ਇਸ ਰਸਮ ਦੇ ਕਿੰਨੇ ਆਦੀ ਹੋ ਗਏ ਹਨ। ਉਹਨਾਂ ਨੂੰ ਇਸ ਰਸਮ ਵਿੱਚ ਕੁਝ ਗਲਤ ਨਜ਼ਰ ਨਹੀਂ ਆਉਂਦਾ। ਅਰਮਾਨ ਨੂੰ ਪਤਾ ਲੱਗ ਗਿਆ ਕਿ ਮੈਨੂੰ ਉਹ ਰਸਮ ਬਿਲਕੁਲ ਪਸੰਦ ਨਹੀਂ ਹੈ ਤਾਂ ਉਹ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਾ। ਹੁਣ ਮੈਂ ਜਦੋਂ ਵੀ ਖੇਤਾਂ ਵਿੱਚ ਕੰਮ ਕਰਨ ਜਾਂਦੀ ਤਾਂ ਅਰਮਾਨ ਮੇਰੇ ਕੋਲ ਆ ਜਾਂਦਾ। ਹੌਲੀ ਹੌਲੀ ਅਸੀਂ ਦੋਵੇਂ ਦਿਲ ਦੀਆਂ ਗੱਲਾਂ ਸ਼ੇਅਰ ਕਰਨ ਲੱਗੇ। ਪਤਾ ਨਹੀਂ ਕਦੋਂ ਮੇਰੇ ਵਿਆਹ ਦੀ ਨਾ ਕਰਵਾਉਣ ਦੀ ਜਿੱਦ ਇੱਕ ਝਟਕੇ ਵਿੱਚ ਹੀ ਟੁੱਟ ਗਈ। ਇੱਕ ਦਿਨ ਅਰਮਾਨ ਨੇ ਕਿਹਾ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਤੇਰੇ ਘਰ ਰਿਸ਼ਤਾ ਦੇ ਕੇ ਭੇਜਣ ਵਾਲਾ ਹਾਂ। ਉਸ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਸੁਪਨੇ ਸਜਾਉਣ ਲੱਗੀ। ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਅਰਮਾਨ ਵਰਗਾ ਪੜ੍ਹਿਆ ਲਿਖਿਆ ਪਿੰਡ ਦੇ ਸਰਪੰਚ ਦਾ ਮੁਨੀਮ ਮੇਰੇ ਨਾਲ ਵਿਆਹ ਕਰਵਾਵੇਗਾ। ਉਹ ਮੈਨੂੰ ਪਿਆਰ ਕਰ ਬੈਠਾ ਸੀ। ਇਸ ਗੱਲ ਦਾ ਮੈਨੂੰ ਬਿਲਕੁਲ ਯਕੀਨ ਨਹੀਂ ਹੁੰਦਾ, ਪਰ ਵਿਆਹ ਦਾ ਨਾਮ ਆਉਂਦੇ ਹੀ ਉਹ ਘੋੜੇ ਵਾਲੀ ਰਸਮ ਮੈਨੂੰ ਚੇਤੇ ਆ ਜਾਂਦੀ ਤੇ ਮੇਰੀ ਜਾਨ ਨਿਕਲ ਜਾਂਦੀ। ਮੈਂ ਅਰਮਾਨ ਵਰਗੇ ਇਨਸਾਨ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ। ਇੱਕ ਦਿਨ ਮੈਂ ਖੇਤੋਂ ਘਰ ਵਾਪਸ ਆ ਕੇ ਆਪਣੇ ਪਾਪਾ ਨੂੰ ਦੱਸ ਦਿੱਤਾ ਕਿ ਮੈਂ ਅਰਮਾਨ ਨੂੰ ਪਿਆਰ ਕਰਨ ਲੱਗੀ ਹਾਂ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਮੇਰੇ ਪਾਪਾ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ, ਉਹ ਤਾਂ ਬਹੁਤ ਹੀ ਪੜ੍ਹਿਆ ਲਿਖਿਆ ਤੇ ਨੇਕ ਬੰਦਾ। ਇੱਦਾਂ ਦੇ ਮੁੰਡੇ ਦਾ ਰਿਸ਼ਤਾ ਤਾਂ ਬਹੁਤ ਹੀ ਕਿਸਮਤ ਵਾਲੀ ਗੱਲ ਆ। ਜੇ ਅਰਮਾਨ ਦੀ ਮੰਮੀ ਆਪਣੇ ਘਰ ਰਿਸ਼ਤਾ ਲੈ ਕੇ ਆਈ ਤਾਂ ਮੈਂ ਉਹਨਾਂ ਨੂੰ ਕਦੇ ਨਾ ਨਹੀਂ ਕਹਾਂਗਾ। ਰਹੀ ਘੋੜੇ ਵਾਲੀ ਰਸਮ ਦੀ ਗੱਲ, ਤਾਂ ਅੱਜ ਤੱਕ ਉਸਨੇ ਕਿਸੇ ਵੀ ਕੁੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਹ ਤਾਂ ਬਹੁਤ ਹੀ ਪਿਆਰਾ ਘੋੜਾ ਹੈ ਬਾਬਾ ਜੀ ਦਾ। ਅਰਮਾਨ ਦੀ ਮੰਮੀ ਪਾਪਾ ਸਾਡੇ ਘਰ ਆਏ ਤੇ ਸਾਡਾ ਰਿਸ਼ਤਾ ਪੱਕਾ ਹੋ ਗਿਆ। ਮੈਂ ਇਹ ਸਭ ਕੁਝ ਮਜਬੂਰੀ ਬਸ ਹੀ ਸਹੀ ਪਰ ਕਰਨ ਲਈ ਤਿਆਰ ਹੋ ਗਈ ਸੀ। ਅਰਮਾਨ ਨੇ ਮੇਰੇ ਹੱਥਾਂ ਵਿੱਚ ਹੱਥ ਲੈ ਕੇ ਮੈਨੂੰ ਦਿਲਾਸਾ ਦਿੱਤਾ ਅਤੇ ਕਿਹਾ, ਜੈਸਮੀਨ, ਤੂੰ ਬਿਲਕੁਲ ਵੀ ਟੈਨਸ਼ਨ ਨਾ ਲੈ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਇਸ ਰਸਮ ਦੌਰਾਨ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਅਰਮਾਨ ਮੈਨੂੰ ਵਿਸ਼ਵਾਸ ਦਿਵਾ ਕੇ ਚਲਾ ਗਿਆ। ਪੂਰੀ ਰਾਤ ਜਾਗਦੇ ਹੋਏ ਲੰਘਾ ਦਿੱਤੀ। ਅਗਲੇ ਦਿਨ ਮੈਨੂੰ 10 ਵਜੇ ਦੁਲਹਨ ਵਾਂਗ ਸਜਾਇਆ ਗਿਆ। ਮੇਰੇ ਪਾਪਾ ਮੈਨੂੰ ਲੈ ਕੇ ਉਹ ਗਰਾਊਂਡ ਵੱਲ ਜਾਣ ਲੱਗੇ ਜਿੱਥੇ ਮੈਂ ਪਹਿਲੀ ਵਾਰ ਸੀਮਾ ਨੂੰ ਉਸ ਘੋੜੇ ਦਾ ਸ਼ਿਕਾਰ ਹੁੰਦੇ ਦੇਖਿਆ ਸੀ। ਗਰਾਊਂਡ ਵਿੱਚ ਬਹੁਤ ਸਾਰੇ ਲੋਕ ਇਕੱਠੇ ਸੀ। ਉਹ ਬਾਬਾ ਵੀ ਉੱਥੇ ਹੀ ਸੀ। ਉਸ ਬਾਬੇ ਦਾ ਨੌਕਰ ਮੈਨੂੰ ਲੈ ਕੇ ਉਸ ਘੋੜੇ ਵੱਲ ਵਧਣ ਲੱਗਾ। ਮੈਂ ਘੁੰਡ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ, ਪਰ ਘੁੰਡ ਵਿੱਚੋਂ ਵੀ ਮੈਂ ਬਾਬਾ ਜੀ ਦੇ ਪਿੱਛੇ ਖੜੇ ਅਰਮਾਨ ਨੂੰ ਦੇਖ ਰਹੀ ਸੀ। ਪਿੰਡ ਦੇ ਸਾਰੇ ਲੋਕਾਂ ਦੀ ਨਜ਼ਰ ਮੇਰੇ ਉੱਪਰ ਟਿਕੀ ਹੋਈ ਸੀ। ਮੈਨੂੰ ਘੋੜੇ ਦੇ ਉੱਪਰ ਬਿਠਾ ਦਿੱਤਾ ਗਿਆ ਤੇ ਘੋੜਾ ਮੈਨੂੰ ਲੈ ਕੇ ਜੰਗਲ ਵੱਲ ਚਲਾ ਗਿਆ। ਮੇਰੇ ਸਿਰ ਤੋਂ ਚੁੰਨੀ ਲੱਥ ਗਈ ਸੀ ਤੇ ਹੌਲੀ-ਹੌਲੀ ਮੇਰੀ ਚੁੰਨੀ ਥੱਲੇ ਡਿੱਗ ਗਈ। ਡਰ ਦੇ ਮਾਰੇ ਮੇਰਾ ਬੁਰਾ ਹਾਲ ਸੀ ਕਿ ਪਤਾ ਨਹੀਂ ਇਹ ਘੋੜਾ ਮੇਰੇ ਨਾਲ ਕੀ ਕਰਨ ਵਾਲਾ। ਸੁਨਸਾਨ ਰਸਤਿਆਂ ਤੋਂ ਹੁੰਦਾ ਹੋਇਆ ਉਹ ਭੱਜਦਾ ਜਾ ਰਿਹਾ ਸੀ। ਲੱਗ ਰਿਹਾ ਸੀ ਜਿਵੇਂ ਘੋੜੇ ਨੂੰ ਸਾਰੇ ਰਸਤਿਆਂ ਬਾਰੇ ਪਹਿਲਾਂ ਹੀ ਪਤਾ ਹੋਵੇ। ਅੱਗੇ ਜਾ ਕੇ ਦੇਖਿਆ ਤਾਂ ਜੰਗਲ ਦੇ ਸਾਹਮਣੇ ਇੱਕ ਘਰ ਬਣਿਆ ਹੋਇਆ ਸੀ। ਉਸ ਦੇ ਸਾਹਮਣੇ ਜਾ ਕੇ ਘੋੜਾ ਰੁਕ ਗਿਆ। ਮੈਂ ਡਰਦੀ ਘੋੜੇ ਤੋਂ ਥੱਲੇ ਉਤਰੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿੱਥੇ ਜਾਵਾਂ। ਥੋੜੀ ਦੇਰ ਬਾਅਦ ਉਸ ਰਸਤੇ 'ਚੋਂ ਇੱਕ ਗੱਡੀ ਮੇਰੇ ਕੋਲ ਆ ਕੇ ਰੁਕੀ। ਉਸ ਵਿੱਚੋਂ ਉਤਰਦੇ ਹੋਏ ਬਾਬੇ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਆਖਿਰ ਇਸ ਬਾਬੇ ਦਾ ਇੱਥੇ ਕੀ ਕੰਮ ਹੈ। ਉਹ ਮੇਰੇ ਕੋਲ ਆ ਕੇ ਖੜਾ ਹੋ ਗਿਆ। ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਣ ਲੱਗ ਗਿਆ। ਮੈਨੂੰ ਕੁਝ ਗਲਤ ਹੁੰਦਾ ਮਹਿਸੂਸ ਹੋਇਆ ਤਾਂ ਮੈਂ ਆਪਣੇ ਹੱਥਾਂ ਨਾਲ ਹੀ ਖੁਦ ਨੂੰ ਢਕਣ ਲੱਗ ਗਈ, ਕਿਉਂਕਿ ਮੇਰੀ ਚੁੰਨੀ ਪਤਾ ਨਹੀਂ ਕਿੱਥੇ ਡਿੱਗ ਗਈ ਸੀ।
ਉਹ ਬਾਬਾ ਮੇਰੇ ਕੋਲ ਆਉਣ ਲੱਗਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਵਿਸ਼ਵਾਸ ਨਹੀਂ ਹੁੰਦਾ ਰਿਹਾ ਸੀ ਕਿ ਇਹ ਸਭ ਕੁਝ ਸੱਚ ਆ ਜਾਂ ਕੋਈ ਗੰਦਾ ਸੁਪਨਾ ਦੇਖ ਰਹੀ ਹਾਂ। ਮੈਂ ਉਸ ਬਾਬੇ ਦੀ ਕੈਦ 'ਚੋਂ ਖੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਮੇਰੀ ਬਾਂਹ ਫੜ ਲਈ। ਉਹ ਮੇਰੀ ਬਾਂਹ ਫੜ ਕੇ ਮੈਨੂੰ ਅੰਦਰ ਲਿਜਾਣ ਦੀ ਕੋਸ਼ਿਸ਼ ਕਰਨ ਲੱਗਿਆ। ਮੈਂ ਉਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਫਿਰ ਤੋਂ ਫੜ ਲਿਆ। ਉਸ ਬਾਬੇ ਦੇ ਸੇਵਾਦਾਰ ਖੜ ਕੇ ਤਮਾਸ਼ਾ ਦੇਖ ਰਹੇ ਸੀ। ਇਵੇਂ ਲੱਗਦਾ ਸੀ ਜਿਵੇਂ ਉਹਨਾਂ ਦੇ ਲਈ ਇਹ ਸਭ ਕੁਝ ਕੋਈ ਨਵੀਂ ਗੱਲ ਨਹੀਂ ਹੈ। ਮੈਂ ਚੀਕਾਂ ਮਾਰ ਰਹੀ ਸੀ। ਇੰਨੇ ਨੂੰ ਅਰਮਾਨ ਉੱਥੇ ਆ ਗਿਆ, ਉਸ ਦੇ ਨਾਲ ਸਾਰਾ ਪਿੰਡ ਵੀ। ਉਹਨਾਂ ਨੇ ਆ ਕੇ ਉਸ ਤੋਂ ਬਾਬੇ ਨੂੰ ਫੜ ਲਿਆ। ਅਰਮਾਨ ਨੇ ਮੇਰੇ ਉੱਪਰ ਆਪਣਾ ਪਰਨਾ ਪਾਇਆ ਤੇ ਮੈਨੂੰ ਕਿਹਾ, ਇਹ ਸੱਚ ਲਿਆਉਣ ਦੀ ਖਾਤਰ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ, ਕਿਉਂਕਿ ਮੈਂ ਇਸ ਬਾਬੇ ਤੋਂ ਬਹੁਤ ਤੰਗ ਆ ਚੁੱਕਿਆ ਸੀ। ਮੇਰੇ ਤੋਂ ਰੋਜ਼-ਰੋਜ਼ ਇਹ ਸਭ ਨਹੀਂ ਦੇਖ ਹੁੰਦਾ ਸੀ। ਜੇ ਮੈਂ ਇਕੱਲਾ ਇਸ ਦੇ ਖਿਲਾਫ ਜਾਂਦਾ ਤਾਂ ਇਸ ਨੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਸੀ। ਜੇ ਮੈਂ ਤੈਨੂੰ ਇਹ ਸਭ ਪਹਿਲਾਂ ਦੱਸਦਾ, ਤੂੰ ਵੀ ਸ਼ਾਇਦ ਮੇਰਾ ਸਾਥ ਨਾ ਦਿੰਦੀ, ਕਿਉਂਕਿ ਆਪਣਾ ਪਰਿਵਾਰ ਸਭ ਨੂੰ ਪਿਆਰਾ ਹੁੰਦਾ ਹੈ। ਪਿੰਡ ਵਾਲਿਆਂ ਨੇ ਉਸ ਢੋਂਗੀ ਬਾਬੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਸਾਡੇ ਸਾਰੇ ਪਿੰਡ ਵਾਲਿਆਂ ਦੇ ਅੱਖਾਂ ਉੱਪਰ ਫਾਲਤੂ ਰਸਮ ਦੀ ਪੱਟੀ ਲੈ ਗਈ।